ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਈ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜੀਓ। ਜੀ ਜੰਤ ਕੇ ਠਾਕਰਾ, ਸਰਬ ਚਿੰਤ ਤੁਧ ਪਾਸੇ। ਜੋ ਤਿਸ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਆਪੇ ਹਰੀ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਪਾਵੇ ਨਾਨਕਾ, ਸਾਈ ਗਲ ਚੰਗੀ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ। ਦਰਸ਼ਨ ਪਰਸੇਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਕੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਜਿਹੜੀ 6ਵੀਂ ਅਸ਼ਟਪਦੀ ਆ, ਉਹਦੇ ਜਿਹੜੇ ਬਾਕੀ ਬੰਦ ਰਹਿੰਦੇ ਨੇ ਅਸ਼ਟਪਦੀ ਦੇ, ਉਹਨਾਂ ਦੇ ਸ਼ਬਦ ਅਰਥ ਜਿਹੜੇ ਆ ਉਹ ਕਰਨੇ ਆ। ਔਰ ਸਾਰੇ ਜਿਹੜੇ ਆ ਉਹ ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਨ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਸਮਰੱਥਾ ਬਖਸ਼ਣ ਅਤੇ ਸਾਨੂੰ ਬੁੱਧ ਬਖਸ਼ਣ ਕਿ ਅਸੀਂ ਜਿਹੜੇ ਸ਼ਬਦਾਂ ਦੇ ਅਰਥ ਕਰ ਲਈਏ। ਕਿਉਂਕਿ ਜਦੋਂ ਪਰਮਾਤਮਾ ਦੀ ਮਿਹਰ ਹੋਏਗੀ ਉਸ ਸੱਚੇ ਪਾਤਸ਼ਾਹ ਦੀ, ਅਤੇ ਫਿਰ ਹੀ ਅਸੀਂ ਸ਼ਬਦ ਅਰਥ ਕਰਨ ਦੇ ਵਿੱਚ ਸਮਰੱਥ ਹੋ ਸਕਦੇ ਹਾਂ। ਕਿਉਂਕਿ ਜਿੱਥੇ ਬਾਣੀ ਅਸੀਂ ਪੜ੍ਹਦੇ ਹਾਂ, ਉੱਥੇ ਬਾਣੀ ਨੂੰ ਜਿਹੜਾ ਵਿਚਾਰਨਾ, ਸਮਝਣਾ ਅਤੇ ਉਹਦੇ ਮੁਤਾਬਕ ਆਪਣਾ ਜੀਵਨ ਜੇਕਰ ਅਸੀਂ ਜੀਵਾਂਗੇ ਤਾਂ ਸਹੀ ਮਾਇਨਿਆਂ ਵਿੱਚ ਫਿਰ ਆਨੰਦ ਹੀ ਆਨੰਦ ਆ। ਗੁਰਬਾਣੀ ਸਾਡੇ ਜੀਵਨ ਦਾ ਮਾਰਗ ਦਰਸ਼ਕ ਆ, ਮਾਰਗ ਦਰਸ਼ਨ ਕਰਦੀ ਹੈ ਇਹ ਸਾਡੀ ਅਗਵਾਈ ਕਰਦੀ ਹੈ। ਗੁਰੂ ਸਾਹਿਬਾਨ ਨੇ ਸਾਡੇ ਵਾਸਤੇ, ਲੋਕਾਂ ਵਾਸਤੇ, ਲੋਕਾਂ ਦੀ ਭਲਾਈ ਵਾਸਤੇ, ਜੀਵਨ ਕਲਿਆਣ ਵਾਸਤੇ, ਆਤਮਾ ਦੇ ਪਰਮਾਤਮਾ ਦੇ ਮਿਲਾਪ ਦੇ ਲਈ ਇਸ ਬਾਣੀ ਦੀ ਜਿਹੜੀ ਰਚਨਾ ਕੀਤੀ ਹੈ। ਗੁਰਬਾਣੀ ਜਿਹੜੀ ਆ ਇਹੋ ਹੀ ਗੁਰੂ ਆ। ਗੁਰੂ ਸਾਹਿਬਾਨ ਨੇ ਫਰਮਾਇਆ ਵੀ ਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਇਹ ਗੁਰਬਾਣੀ ਹੀ ਸਾਡਾ ਗੁਰੂ ਆ। ਔਰ ਇਹਨੂੰ ਜਿਹੜਾ ਵਾ ਨਮਸਕਾਰ ਜਿਹੜੀ ਕਰਨੀ, ਇਹਨੂੰ ਪੜ੍ਹਨਾ, ਇਹਨੂੰ ਵਿਚਾਰਨਾ ਔਰ ਇਹਦਾ ਆਦਰ ਮਾਣ ਕਰਨਾ, ਸਭ ਕੁਛ ਜਿਹੜਾ ਉਹ ਗੁਰਬਾਣੀ ਦੇ ਵਿੱਚ ਆ। ਸੋ ਗੁਰਬਾਣੀ ਜਿਹੜੀ ਆ ਜਿੰਨੀ ਮਿੱਠੀ ਆ, ਆਨੰਦਮਈ ਆ, ਉਨੀ ਜਿਹੜੀ ਆ ਇਹ ਸਾਨੂੰ ਜਿਹੜੀ ਆ ਜੀਵਨ ਦੇ ਵਿੱਚ ਆਨੰਦ ਵੀ ਦਿੰਦੀ ਆ। ਸੋ ਕਹਿਣ ਤੋਂ ਭਾਵ ਅਸੀਂ ਬਹੁਤੀਆਂ ਜਿਹੜੀਆਂ ਅੱਜ ਵਿਚਾਰਾਂ ਨਹੀਂ ਕਰਨੀਆਂ ਅਤੇ ਆਪਣਾ ਜਿਹੜਾ ਕੇਂਦਰੀ ਭਾਵ ਆ ਉਹੀ ਸਮਝਣ ਦੀ ਕੋਸ਼ਿਸ਼ ਕਰਨੀ ਆ।
ਗੁਰੂ ਸਾਹਿਬਾਨ ਨੇ ਫਰਮਾਇਆ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮੇ ਮੋਲ। ਕਹਿੰਦੀ ਸਭ ਤਰ੍ਹਾਂ ਦੇ ਸ਼ਾਸਤਰ ਬਹੁਤ ਸਾਰੀਆਂ ਸਿਮਰਤੀਆਂ ਮੈਂ ਫੋਲ ਫੋਲ ਕੇ ਵੇਖ ਲਈਆਂ, ਪਰ ਪਰਮਾਤਮਾ ਦੇ ਨਾਮ ਤੱਕ ਪਹੁੰਚਣ ਵਾਲਾ ਕੋਈ ਨਹੀਂ। ਸੋ ਹਰੀ ਦਾ ਨਾਮ ਜਿਹੜਾ ਸਭ ਤੋਂ ਉੱਚਾ ਵਾ, ਔਰ ਉਹਦੀ ਬੰਦਗੀ ਕਰਿਆ ਕਰੋ, ਪਰਮੇਸ਼ਰ ਦਾ ਨਾਮ ਲਿਆ ਕਰੋ। ਗੁਰੂ ਸਾਹਿਬਾਨ ਨੇ ਫਰਮਾਇਆ ਵਾ ਕਿ ਇਹਦੇ ਵਿੱਚ ਸਾਨੂੰ ਸਮਝਾਇਆ ਵਾ ਕਿ ਅਸੀਂ ਜਿਹੜਾ ਵਾ ਆਪਣਾ ਜਿਹੜਾ ਪਰਮਾਤਮਾ ਦਾ ਸ਼ੁਕਰੀਆ ਕਰਨਾ ਵਾ, ਉਹਦਾ ਸਿਮਰਨ ਕਰਨਾ ਵਾ, ਹਰ ਵਕਤ ਉਹਨੂੰ ਯਾਦ ਰੱਖਣਾ ਵਾ, ਕਿਉਂਕਿ ਉਹ ਤੋਂ ਬਗੈਰ ਜਿਹੜਾ ਵਾ ਸੰਸਾਰਿਕ ਜੀਵਨ ਜਿਹੜਾ ਸਾਡਾ ਉਹ ਬੇਕਾਰ ਆ। ਜੇਕਰ ਅਸੀਂ ਸੰਸਾਰ ਭਵ ਸਾਗਰ ਤੋਂ ਪਾਰ ਉਤਰਨਾ ਵਾ, ਕਹਿਣ ਤੋਂ ਭਾਵ ਕਿ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ, ਤਾਂ ਸਾਨੂੰ ਜਿਹੜੀ ਗੁਰਬਾਣੀ ਜਿੱਥੇ ਪੜ੍ਹਨੀ ਆ, ਵਿਚਾਰਨੀ, ਉੱਥੇ ਪਰਮਾਤਮਾ ਦਾ ਨਾਮ ਬੰਦਗੀ ਜਿਹੜੀ ਉਹ ਬੜੀ ਜ਼ਰੂਰੀ ਹੈ। ਸਿਮਰਨ ਜਿਹੜਾ ਵਾ ਸਾਡੇ ਮਨ ਵਿੱਚ ਚੱਲਦਾ ਰਹਿਣਾ ਚਾਹੀਦਾ। ਕਹਿੰਦੇ ਜੇ ਪ੍ਰਸਾਦ ਐ ਭੂਖਨ ਪਹਿਰੀਜੇ, ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਹਰ ਜਿਹੜੀ ਜਦੋਂ ਵੀ ਪੰਕਤੀ ਆਉਂਦੀ, ਪਹਿਲੀ ਦੇ ਵਿੱਚ ਪ੍ਰਸ਼ਨ ਆ, ਦੂਜੀ ਦੇ ਵਿੱਚ ਨਾਲ ਹੀ ਉੱਤਰ ਦਿੱਤਾ ਸਾਹਿਬਾਨ ਨੇ। ਸੋ ਇਹ ਬੜਾ ਵਧੀਆ ਇੱਕ ਤਰੀਕਾ ਵਾ ਜਿਹੜਾ ਗੁਰੂ ਸਾਹਿਬਾਨ ਨੇ ਜਿਹੜਾ ਨਾਲ ਨਾਲ ਸਾਨੂੰ ਇੱਕ ਜਦੋਂ ਪ੍ਰਸ਼ਨ ਆ ਅਤੇ ਨਾਲ ਹੀ ਉਹਦਾ ਜਿਹੜਾ ਉੱਤਰ ਵੀ ਦਿੱਤਾ ਵਾ ਕਿ ਸਾਨੂੰ ਕੋਈ ਸਮਝ ਪੈ ਜੇ, ਸਾਨੂੰ ਕਿਸੇ ਦੀ ਕੋਈ ਮਤਲਬ ਕਹਿਣ ਤੋਂ ਭਾਵ ਕਿ ਕਿਸੇ ਦੀ ਹੋਰ ਦੀ ਲੋੜ ਨਹੀਂ, ਸਾਨੂੰ ਗੁਰੂ ਸਮਝਣ ਦੀ ਲੋੜ ਹੈ ਬਸ। ਕਹਿੰਦੇ ਆ ਕਿ ਭੂਖਣ ਹੁੰਦਾ ਵਾ ਗਹਿਣੇ, ਪਹਿਰੀਜੇ ਤੋਂ ਭਾਵ ਪੈਣੀਏ। ਕਹਿੰਦੇ ਆ ਕਿ ਜਿਹੜੀ ਕਿਰਪਾ ਦੇ ਨਾਲ ਅਸੀਂ ਗਹਿਣੇ ਪਹਿਨਦੇ ਹਾਂ, ਗਹਿਣੇ ਤੋਂ ਭਾਵ ਇੱਥੇ ਇਹੋ ਹੀ ਆ ਕਿ ਜਿਹੜੇ ਸਾਨੂੰ ਪਦਾਰਥ ਮਿਲਦੇ ਆ ਸਾਡੇ ਜੀਵਨ ਵਾਸਤੇ, ਜਿਹੜੇ ਅਸੀਂ ਵਸਤਰ ਪਹਿਨਦੇ ਹਾਂ, ਜਿਹੜੀਆਂ ਅਸੀਂ ਦੁਨਿਆਵੀ ਚੀਜ਼ਾਂ ਹੋਰ ਵਰਤਦੇ ਹਾਂ, ਜਿਹੜਾ ਨਾਮਦਾਨ ਜਿਹੜਾ ਸਾਨੂੰ ਮਿਲਦਾ ਆਪਣੇ ਜੀਵਨ ਵਾਸਤੇ, ਇਹ ਸਾਡੇ ਗਹਿਣੇ ਹੀ ਆ। ਜਿਹੜਾ ਸਾਨੂੰ ਸੁੰਦਰ ਸਰੀਰ ਦਿੱਤਾ ਵਾ, ਬਾਲ ਬੱਚੇ ਦਿੱਤੇ, ਪਰਿਵਾਰ ਦਿੱਤਾ, ਮਾਤਾ ਪਿਤਾ ਦਿੱਤੇ ਆ, ਰਿਸ਼ਤੇਦਾਰ ਦਿੱਤੇ ਆ, ਸੰਬੰਧੀ ਦਿੱਤੇ ਆ, ਦੋਸਤ ਦਿੱਤੇ ਆ। ਮਨ ਤਿਸ ਸਿਮਰਤ ਕਿਉਂ ਆਲਸ ਕੀਜੇ। ਕਹਿੰਦੇ ਫਿਰ ਮਨ ਉਸ ਨੂੰ ਸਿਮਰ, ਮਨ ਕਰਕੇ ਸਿਮਰਾਂਗੇ ਫਿਰ ਹੀ ਗੱਲ ਬਣਨੀ। ਮੂੰਹ ਨਾਲ ਨਹੀਂ ਗੱਲ ਬਣਨੀ, ਮਨ ਨਾਲ ਬਣਨੀ। ਮਨੋਂ ਤਨੋਂ ਮਨੋਂ ਕੰਮ ਕਰਨਾ ਏ। ਕਹਿੰਦੇ ਇਹਨੂੰ ਕਰਦਿਆਂ ਆਲਸ ਨਹੀਂ ਕਰਨਾ, ਕਹਿਣ ਤੋਂ ਭਾਵ ਕੋਈ ਢਿੱਲ ਨਹੀਂ ਵਰਤਣੀ, ਲਾਪਰਵਾਹੀ ਨਹੀਂ ਕਰਨੀ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਸਾਰੀ। ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਘੋੜੇ, ਹਾਥੀ ਦੀ ਸਵਾਰੀ ਜਿਹੜੀ ਆ ਉਹ ਮਿਲਦੀ ਆ। ਅਤੇ ਕਹਿੰਦੇ ਫਿਰ ਉਸ ਪਰਮਾਤਮਾ ਨੂੰ ਅਸੀਂ ਕਿਉਂ ਵਿਸਾਰਦੇ ਹਾਂ, ਕਿਉਂਕਿ ਉਸ ਸਮੇਂ ਲੋਕ ਜਿਹੜੇ ਆ ਨਾ ਉਹ ਘੋੜਿਆਂ ਦੀ, ਹਾਥੀਆਂ ਦੀਆਂ ਸਵਾਰੀਆਂ ਕਰਦੇ ਹੁੰਦੇ ਸੀ, ਇਸ ਲਈ ਗੁਰੂ ਸਾਹਿਬਾਨ ਨੇ ਇਹ ਪ੍ਰਤੀਕ ਵਰਤੇ ਆ। ਅਤੇ ਜੇ ਪ੍ਰਸਾਦ ਬਾਗ ਮਿਲਖ ਧਨਾ, ਮਿਲਖ ਹੁੰਦਾ ਜ਼ਮੀਨ, ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਜ਼ਮੀਨ ਮਿਲੀ, ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਹੋਰ ਧਨ ਪਦਾਰਥ ਮਿਲੇ। ਰਾਖ ਪਰੋਏ ਪ੍ਰਭ ਆਪਣੇ ਮਨਾ, ਇਸ ਕਰਕੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਿਹੜਾ ਹਾਰ ਆ ਪਰੋ ਕੇ ਪਾ ਲੈਣਾ ਚਾਹੀਦਾ। ਰਾਖ ਪਰੋਏ ਪ੍ਰਭ ਆਪਣੇ ਮਨਾ, ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ। ਜਿਵੇਂ ਅਸੀਂ ਹਾਰ ਨਹੀਂ ਪਰਾਉਂਦੇ, ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਸਮਝਾਇਆ ਕਿ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜਿਹੜੀ ਮਾਲਾ ਵਾ ਉਹ ਪਰੋ ਕੇ ਪਾਉਣੀ ਹੈ। ਕਹਿੰਦੇ ਜਿਨ ਤੇਰੀ ਮਨ ਬਣਤ ਬਣਾਈ, ਕਹਿੰਦੇ ਜਿਹਨੇ ਤੇਰੀ ਬਣਤ ਬਣਾਈ ਹੈ ਮਣਾ, ਤੈਨੂੰ ਸੋਹਣਾ ਸਰੀਰ ਦਿੱਤਾ, ਅੱਖਾਂ ਦਿੱਤੀਆਂ, ਕੰਨ ਦਿੱਤੇ ਆ, ਨੱਕ ਦਿੱਤਾ ਵਾ, ਕਹਿਣ ਤੋਂ ਭਾਵ ਸਾਰੇ ਅੰਗ ਤੈਨੂੰ ਪਰਮਾਤਮਾ ਨੇ ਦਿੱਤੇ ਆ, ਸੋਹਣਾ ਸਰੀਰ ਦਿੱਤਾ ਵਾ। ਕਹਿੰਦੇ ਤੇਰੀ ਐਡੀ ਸੋਹਣੀ ਬਣਤ ਬਣਾਈ ਆ, ਊਠ ਤੇ ਪੈੜ ਸਾ ਤਿਸੇ ਧਿਆਏ, ਫਿਰ ਤੇ ਤੈਨੂੰ ਉਹਦਾ ਸ਼ੁਕਰ ਕਰਨਾ ਚਾਹੀਦਾ ਹਮੇਸ਼ਾ ਹੀ। ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਈਏ, ਕਹਿਣ ਤੋਂ ਭਾਵ ਕਿ ਉਹਨੂੰ ਜਿਹੜਾ ਵਾ ਯਾਦ ਕਰਨਾ, ਉਹਨੂੰ ਸਿਮਰਨ ਉਹਦਾ ਕਰਨਾ,
ਪਰਮਾਤਮਾ ਦਾ ਓਟ ਆਸਰਾ ਲੈਣਾ ਵਾ, ਫਿਰ ਦੁੱਖ ਵੀ ਜਿਹੜੇ ਆ ਉਹ ਸਾਨੂੰ ਇੰਨੇ ਜ਼ਿਆਦਾ ਮਹਿਸੂਸ ਨਹੀਂ ਹੋਣਗੇ। ਕਹਿਣ ਤੋਂ ਭਾਵ ਕਿ ਫਿਰ ਸੁੱਖ ਹੀ ਜਿਹੜੇ ਆ ਉਹ ਲੱਗਣਗੇ, ਕਿਉਂਕਿ ਸੰਸਾਰਿਕ ਪਦਾਰਥਾਂ ਦੇ ਨਾਲ ਅਸੀਂ ਮੋਹ ਪਾਵਾਂਗੇ, ਉਹ ਗਵਾਚ ਵੀ ਸਕਦੇ ਆ। ਜੇਕਰ ਅਸੀਂ ਕਿਸੇ ਨੂੰ ਜਿਹੜਾ ਵਾ ਮਿੱਤਰ, ਕਹਿਣ ਤੋਂ ਭਾਵ ਕੋਈ ਸੰਬੰਧੀ ਸਾਡੇ ਤੋਂ ਵਿਛੜ ਵੀ ਸਕਦਾ ਵਾ, ਸਰੀਰਕ ਤੌਰ 'ਤੇ ਵੀ ਵਿਛੜ ਸਕਦਾ, ਪਰ ਪਰਮਾਤਮਾ ਇੱਕ ਜਿਹਾ ਵਾ ਜਿਹੜਾ ਅਬਿਨਾਸੀ ਆ, ਜਿਹੜਾ ਕਦੀ ਨਹੀਂ ਬਿਨਸਨਹਾਰਾ, ਹਮੇਸ਼ਾ ਟਲ ਆ, ਸਦਾ ਕਾਇਮ ਰਹਿਣ ਵਾਲਾ ਵਾ। ਉਹਨੇ ਹਮੇਸ਼ਾ ਹੀ ਸਾਡੇ ਅੰਗ ਸੰਗ ਰਹਿਣਾ ਵਾ। ਜੀਵਨ ਜਦੋਂ ਅਸੀਂ ਗਰਭ ਜੂਨ 'ਚ ਪੈ ਜਾਂਦੇ ਉਦੋਂ ਤੋਂ ਲੈ ਕੇ ਅੰਤ ਤੱਕ ਕੀ, ਮਰਨ ਤੋਂ ਬਾਅਦ ਵੀ ਪ੍ਰਲੋਕ ਵਿੱਚ ਵੀ ਜਿਹੜਾ ਪਰਮਾਤਮਾ ਉਹ ਸਾਡਾ ਸਾਥੀ ਰਹਿੰਦਾ ਵਾ, ਸਾਡੀ ਜਿਹੜੀ ਹੈ ਉਹ ਰੱਖਿਆ ਕਰਦਾ। ਹਰ ਤਰ੍ਹਾਂ ਕਰਕੇ ਪਰਮਾਤਮਾ ਸਾਡਾ ਮਦਦਗਾਰ ਆ। ਕਹਿੰਦੇ ਤਿਸੇ ਧਿਆਏ ਜੋ ਏਕ ਅਲੱਖੇ, ਕਹਿੰਦੇ ਇਸ ਕਰਕੇ ਉਸ ਪਰਮਾਤਮਾ ਨੂੰ ਜਿਹਦਾ ਕੋਈ ਮੁੱਲ ਹੀ ਨਹੀਂ, ਠੀਕ ਹੈ ਜੀ। ਕਹਿੰਦੇ ਉਹਨੂੰ ਧਿਆਓ, ਇੱਕ ਪਰਮਾਤਮਾ ਨੂੰ, ਏਕ ਅਲੱਖੇ। ਕਹਿੰਦੇ ਤਿਸੇ ਧਿਆਏ ਏਕ ਅਲੱਖੇ, ਈਹਾਂ ਊਹਾਂ ਨਾਨਕ ਤੇਰੀ ਰੱਖੇ। ਕਹਿੰਦੇ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ, ਇੱਥੇ ਸੰਸਾਰ ਵਿੱਚ ਵੀ, ਅਤੇ ਗਾਂ ਜਦੋਂ ਅਸੀਂ ਸਰੀਰ ਆਪਣਾ ਛੱਡ ਜਾਂਦੇ ਹਾਂ ਅਤੇ ਅੱਗੇ ਵੀ ਪਰਲੋਕ ਵਿੱਚ ਵੀ ਸਾਡਾ ਜਿਹੜਾ ਵਾ, ਜਿਹੜੀ ਸਾਡੀ ਰੱਖਿਆ ਕਰਦਾ। ਈਹਾਂ ਊਹਾਂ ਨਾਨਕ ਤੇਰੀ ਰੱਖੇ। ਅੱਗੇ ਗੁਰੂ ਸਾਹਿਬਾਨ ਨੇ ਜਿਹੜਾ ਸਮਝਾਇਆ ਵਾ ਕਿ ਜਿਹੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਪੁੰਨ ਦਾਨ ਕਰਦਾ ਵਾਂ, ਪਰਮਾਤਮਾ ਤੈਨੂੰ ਜਿਹੜੀ ਆ ਉਹ ਬਖਸ਼ਿਸ਼ ਕਰਦਾ, ਤੇਰੇ ਉੱਤੇ ਮਿਹਰ ਕਰਦਾ, ਤਾਂ ਹੀ ਤੂੰ ਪੁੰਨ ਦਾਨ ਕਰਨ ਜੋਗਾ ਹੋਇਆ ਵਾਂ। ਇਸ ਕਰਕੇ ਮਾਨ ਆਠ ਪੈਰ ਕਰ ਤਿਸਕਾ ਧਿਆਨ। ਕਹਿੰਦੇ ਅੱਠੇ ਪੈਰ ਹਰ ਵੇਲੇ ਤੂੰ ਉਹਦਾ ਧਿਆਨ ਰੱਖਿਆ ਕਰ। ਧਿਆਨ ਤੋਂ ਭਾਵ ਇਹ ਹੁੰਦਾ ਕਿ ਪਰਮਾਤਮਾ ਦੇ ਨਾਲ ਆਪਣੀ ਬਿਰਤੀ ਜੋੜਨੀ, ਆਪਣਾ ਜਿਹੜਾ ਧਿਆਨ ਆ ਉਹ ਪਰਮਾਤਮਾ ਦੇ ਵਿੱਚ ਰੱਖਣਾ। ਕਹਿਣ ਤੋਂ ਭਾਵ ਕਿ ਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਵੱਲ ਨਹੀਂ ਜਾਣਾ, ਉਹਦਾ ਓਟ ਆਸਰਾ ਲੈਣਾ ਉਸ ਪਰਮੇਸ਼ਰ ਦਾ, ਅਤੇ ਆਪਣੇ ਕੰਮ ਜਿਹੜੇ ਉਹ ਕਰੀ ਜਾਣੇ ਆ, ਅਤੇ ਨਾਲ ਨਾਲ ਅਸੀਂ ਉਹਦਾ ਸਿਮਰਨ ਜਿਹੜਾ ਜੇ ਕਰਦੇ ਰਹਿਣਾ ਵਾ। ਅਤੇ ਵਾਹਿਗੁਰੂ ਤੋਂ ਬਿਨਾਂ ਹੋਰ ਜਿਹੜਾ ਵਾ, ਪਰਮਾਤਮਾ ਤੋਂ ਬਿਨਾਂ ਕਿਸੇ ਪਾਸੇ ਸਾਡਾ ਧਿਆਨ ਨਹੀਂ ਜਾਣਾ ਚਾਹੀਦਾ। ਜਿਹੇ ਪ੍ਰਸਾਰ ਤੂੰ ਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਜਿਤਾਰੀ। ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰਾ ਆਚਰਨ ਜਿਹੜਾ ਵਧੀਆ ਬਣਦਾ ਵਾ, ਤੇਰਾ ਵਿਹਾਰ ਵਧੀਆ ਬਣਦਾ ਵਾ, ਅਤੇ ਫਿਰ ਉਹਨੂੰ ਸਾਸ ਸਾਸ ਜਿਹੜਾ ਵਾ ਚੇਤੇ ਕਰ। ਚਿਤਾਰੀ ਤੋਂ ਭਾਵ ਹੁੰਦਾ ਵਾ ਚੇਤੇ ਕਰਨਾ, ਸਿਮਰਨਾ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਸੁੰਦਰ ਰੂਪ ਮਿਲਿਆ, ਸੋਹਣਾ ਰੂਪ ਮਿਲਿਆ। ਵੇਖੋ ਰੰਗ ਦੀ ਗੱਲ ਨਹੀਂ ਹੁੰਦੀ, ਕਹਿਣ ਤੋਂ ਭਾਵ ਕਿ ਰੰਗ ਜਿਹੜਾ ਵਾ ਜਾਂ ਜਿਹੜਾ ਜੋ ਵੀ ਆ ਸਾਨੂੰ ਪਰਮਾਤਮਾ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ। ਸਾਨੂੰ ਮਨੁੱਖੀ ਜਾਮਾਂ 'ਤੇ ਮਿਲਿਆ, ਸਾਨੂੰ ਮਨੁੱਖੀ ਸਰੀਰ 'ਤੇ ਮਿਲਿਆ। ਵੇਖੋ ਦੂਜੀਆਂ ਜੂਨਾਂ ਵਾਲੀਆਂ ਜਿਹੜੀਆਂ ਦੂਜੀਆਂ ਜੂਨਾਂ ਵਾ, ਜਿਹੜੇ ਐਨੀਮਲਜ਼ ਨੇ ਜਾਂ ਬਰਡਜ਼ ਨੇ, ਉਹ ਵਿਚਾਰੇ ਆਪਣਾ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਆ, ਉਹ ਅਧੀਨ ਹੋ ਜਾਂਦੇ ਆ ਜਾਂ ਕਈ ਤਰ੍ਹਾਂ। ਲੇਕਿਨ ਜਿਹੜੀ ਮਨੁੱਖੀ ਜੂਨ ਆ, ਜਿਹੜੀ ਇਹ ਸਰਦਾਰੀ ਆ, ਸਭ ਤੋਂ ਵੱਡੀ ਆ ਇਹ ਮਨੁੱਖਾ ਦੇਹੀ, ਇਹੋ ਜਿਹੜੀ ਪਰਮਾਤਮਾ ਦਾ ਨਾਮ ਜਪ ਸਕਦੀ ਹੈ। ਸੋ ਕਹਿੰਦੇ ਸਾਡਾ ਸੁੰਦਰ ਰੂਪ ਆ ਦਿੱਤਾ ਪਰਮਾਤਮਾ ਨੇ, ਸਾਡੇ ਜਿਹੜੇ ਕਰਮ ਅਸੀਂ ਚੰਗੇ ਕਰਦੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ। ਕਹਿੰਦੇ ਸੋ ਪ੍ਰਭ ਸਿਮਰੋ ਸਦਾ ਅਨੂਪ। ਅਨੂਪ ਹੁੰਦਾ ਵਾ ਜਿਹਦੀ ਉਪਮਾ ਨਾ ਹੋ ਸਕੇ, ਸਭ ਤੋਂ ਸੁੰਦਰ, ਅਨੋਖਾ, ਵਿਲੱਖਣ ਉਹ ਪਰਮਾਤਮਾ ਵਾ। ਉਹਨੂੰ ਜਿਹੜਾ ਹਮੇਸ਼ਾ ਯਾਦ ਰੱਖਣਾ ਵਾ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਨੀਕੀ ਤੋਂ ਭਾਵ ਹੁੰਦਾ ਵਾ ਕਿ ਸੋਹਣੀ ਜਾਂ ਚੰਗੀ। ਜਾਤ ਇੱਥੇ ਮਨੁੱਖ ਦੀ ਆ, ਕਿਉਂਕਿ ਜਿਹੜੇ ਅਸੀਂ ਕਹਿ ਦਿੰਦੇ ਹਾਂ ਨਾ ਵਰਨਾਂ ਦੀਆਂ, ਹੋਰ ਜਿਹੜੀਆਂ ਜਾਤਾਂ ਜਿਹੜੀਆਂ ਵਾ ਉਹ ਸਾਡੀਆਂ ਸਮਾਜ ਨੇ ਬਣਾਈਆਂ ਵਾ। ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਮਤਲਬ ਕਿ ਵੱਖ ਵੱਖ ਬਣਾਈਆਂ। ਪਰਮਾਤਮਾ ਵੱਲੋਂ ਕੋਈ ਜਾਤ ਨਹੀਂ ਬਣਾਈ ਗਈ। ਪਰਮਾਤਮਾ ਵੱਲੋਂ ਜਿਹੜਾ ਵਾ ਸਿਰਫ ਮਨੁੱਖ ਬਣਾਇਆ ਗਿਆ। ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੋ, ਕਿ ਇੱਕੋ ਹੀ ਜਾਤ ਹੈ ਮਨੁੱਖ, ਮਨੁੱਖੀ ਜਾਤੀ।
ਕਹਿੰਦੇ ਸਭ ਤੋਂ ਉੱਤਮ ਜਾਤ ਆ ਇਹਦੇ ਵਰਗੀ ਹੋਰ ਕੋਈ ਜਾਤ ਨਹੀਂ ਹੈਗੀ। ਬਾਕੀ ਜਿਹੜੀਆਂ ਇਹ ਐਨੀਮਲਸ ਨੇ, ਬਰਡਸ ਨੇ, ਪਸ਼ੂ ਪੰਛੀ ਜਿਹੜੇ ਆ ਉਹ ਸਾਰੇ ਨੀਵੇਂ ਆ, ਕਿਉਂਕਿ ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ। ਉਹ ਆਪਣੇ ਜਿਹੜੇ ਆ ਜਿਵੇਂ ਅਸੀਂ ਕੰਮ ਕਰਦੇ ਹਾਂ ਇਸ ਤਰ੍ਹਾਂ ਨਹੀਂ ਉਹ ਕਰ ਸਕਦੇ। ਇਸ ਕਰਕੇ ਕਹਿਣ ਤੋਂ ਭਾਵ ਕਰਦੇ ਉਹ ਵੀ ਆਪਣਾ ਰਹਿਣ ਬਸੇਰਾ ਹੈਗਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ, ਪਰ ਉਹ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਤੋਂ ਕਹਿਣ ਤੋਂ ਭਾਵ ਕਿ ਉਹ ਗੁਲਾਮ ਹੁੰਦੇ ਆ ਜਾਂ ਉਹ ਕੰਮ ਨਹੀਂ ਕਰ ਸਕਦੇ ਜੋ ਮਨੁੱਖ ਕਰ ਸਕਦਾ। ਕਹਿੰਦੇ ਜੇ ਪ੍ਰਸਾਦ ਤੇਰੀ ਪਤ ਰਹੇ, ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੀ ਇੱਜ਼ਤ ਰਹਿੰਦੀ ਆ। ਵੇਖੋ ਮਨਮੁਖ ਅੰਧੇ ਪਤ ਗਵਾਈ, ਜਿਹੜਾ ਮੂਰਖ ਅੰਧਾ ਬੰਦਾ ਵਾ ਨਾ ਉਹ ਮਨ ਦੇ ਪਿੱਛੇ ਲੱਗ ਕੇ ਆਪਣੀ ਪਤ ਗਵਾ ਬੈਂਦਾ, ਇੱਜ਼ਤ ਗਵਾ ਬੈਂਦਾ। ਜਿਹੜਾ ਗੁਰਮੁਖ ਬੰਦਾ, ਜਿਹੜਾ ਗੁਰੂ ਦੇ ਰਸਤੇ 'ਤੇ ਚੱਲਦਾ, ਜਿਹੜਾ ਕਿਸੇ ਨਾਲ ਛਲ ਫਰੇਬ ਨਹੀਂ ਕਰਦਾ, ਕੋਈ ਗਲਤ ਕੰਮ ਨਹੀਂ ਕਰਦਾ ਔਰ ਚੰਗੇ ਆਚਰਨ ਦਾ ਮਾਲਕ ਆ, ਜਿਹੜਾ ਜਿਹਦੇ ਵਿੱਚ ਸਦਗੁਣ ਆ ਯਾਨੀ ਕਿ ਚੰਗੇ ਗੁਣ ਆ, ਔਰ ਉਹ ਆਪਣੇ ਵਿਹਾਰ ਦਾ ਸੋਹਣਾ ਵਿਹਾਰ ਕਰਦਾ ਸਾਰਿਆਂ ਦੇ ਨਾਲ। ਕਹਿੰਦੇ ਉਹਦੀ ਕਿਰਪਾ ਦੇ ਨਾਲ ਹੀ ਤੇਰੀ ਪਤ ਰਹਿਣੀ ਆ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫਿਰ ਜਿਹੜਾ ਆਪਣੇ ਜਨ ਕਾ ਪਰਦਾ ਢਾਕੇ, ਕਈ ਵਾਰੀ ਤੇਰੇ ਉਹ ਜਿਹੜੇ ਗੁਨਾਹ ਹੋ ਜਾਂਦੇ ਤੇ ਤੋਂ ਜਿਹੜੀਆਂ ਕਿਸੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਉਹਨਾਂ ਨੂੰ ਵੀ ਉਹ ਕੱਜ ਲੈਂਦਾ, ਢੱਕ ਦਿੰਦਾ। ਕਹਿੰਦੇ ਜੇ ਪ੍ਰਸਾਰ ਤੇਰੀ ਪਤ ਰਹੇ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਡੀ ਇੱਜ਼ਤ ਬਣੀ ਰਹਿਣੀ ਆ। ਇਸ ਕਰਕੇ ਉਹਦਾ ਸ਼ੁਕਰ ਕਰਨਾ ਚਾਹੀਦਾ। ਜੇ ਪ੍ਰਸਾਰ ਤੇਰੀ ਪਤ ਰਹੇ, ਗੁਰ ਪ੍ਰਸਾਦ ਨਾਨਕ ਜਸ ਕਹੇ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਮੈਂ ਕਹਿ ਰਿਹਾ ਵਾਂ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜਿਹੜਾ ਵਾ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ। ਹਰੀ ਦੀ ਉਸ ਪ੍ਰੀਤਮ ਦੀ ਜਿਹੜੀ ਆ ਨਾ ਵਡਿਆਈ ਜਿਹੜੀ ਆ ਉਹ ਗੁਰੂ ਦੀ ਕਿਰਪਾ ਹੋਵੇ, ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫਿਰ ਹੀ ਅਸੀਂ ਗਾ ਸਕਦੇ ਹਾਂ, ਨਹੀਂ ਤਾਂ ਅਸੀਂ ਆਲਸੀ ਹੋ ਜਾਂਦੇ ਹਾਂ, ਅਸੀਂ ਧਿਆਨ ਨਹੀਂ ਧਰਦੇ। ਪਰ ਜਿਸ ਮਨੁੱਖ ਦੇ ਪਰਮਾਤਮਾ ਦੀ ਦ੍ਰਿਸ਼ਟੀ ਜਿਹੜੀ ਆ ਸਵੱਲੀ ਹੋ ਜਾਂਦੀ ਆ, ਨਜ਼ਰ ਪੈ ਜਾਂਦੀ ਸੋਹਣੀ, ਉਹ ਮਨੁੱਖ ਫਿਰ ਸੋਨੇ ਵਰਗਾ ਹੋ ਜਾਂਦਾ, ਚੰਗਾ ਬਣ ਜਾਂਦਾ, ਵਿਲੱਖਣ ਬਣ ਜਾਂਦਾ। ਉਹਨੂੰ ਫਿਰ ਹਰ ਥਾਂ ਇੱਜ਼ਤ ਮਾਣ ਮਿਲਦਾ, ਇੱਥੇ ਵੀ ਮਿਲਦਾ ਅਤੇ ਉੱਥੇ ਵੀ ਮਿਲਦਾ, ਅੱਗੇ ਵੀ। ਜੇ ਪ੍ਰਸਾਦ ਸੁਣੇ ਕਰਨ ਨਾਦ, ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜੇ ਕੰਨ ਆ ਜਿਹੜੇ ਸਾਡੇ ਉਹ ਨਾਦ ਤੋਂ ਭਾਵ ਹੁੰਦਾ ਆਵਾਜ਼ਾਂ, ਅਸੀਂ ਸੁਣ ਸਕਦੇ ਹਾਂ। ਕਰਨ ਇੱਥੇ ਕੰਨਾਂ ਨੂੰ ਕਿਹਾ ਗਿਆ। ਵੇਖੋ ਹੁਣ ਜਿਹੜੇ ਬੋਲੇ ਬੰਦੇ ਹੁੰਦੇ ਆ ਕੰਨ ਉਹਨਾਂ ਦੇ ਵੀ ਹੁੰਦੇ ਆ, ਪਰ ਉਹਨਾਂ ਨੂੰ ਸੁਣਦਾ ਨਹੀਂ। ਅਤੇ ਇਹ ਕਰਕੇ ਜੇ ਪ੍ਰਸਾਦ ਪੇਖੇ ਬਿਸਮਾਦ, ਪੇਖੇ ਤੋਂ ਭਾਵ ਹੁੰਦਾ ਵਾ ਤੂੰ ਵੇਖਦਾ, ਬਿਸਮਾਦ ਅਚਰਜ ਤਮਾਸ਼ੇ, ਦੁਨੀਆ ਦੇ ਰੰਗ ਤਮਾਸ਼ੇ ਵੇਖਦਾ। ਜਿਹੜੇ ਅੱਖਾਂ ਤੋਂ ਕਹਿ ਸਕਦੇ ਹਾਂ ਅਸੀਂ ਪੰਜਾਬੀ ਵਿੱਚ ਸਿੱਧਾ ਹੀ ਅੰਨੇ ਜਿਹੜੇ ਹੁੰਦੇ ਆ, ਅੱਖਾਂ ਉਹਨਾਂ ਦੀਆਂ ਵੀ ਹੁੰਦੀਆਂ ਪਰ ਉਹ ਵੇਖ ਨਹੀਂ ਸਕਦੀਆਂ, ਉਹਨਾਂ ਦੀ ਦ੍ਰਿਸ਼ਟੀ ਨਹੀਂ ਹੁੰਦੀ, ਉਹਨਾਂ ਵਿੱਚ ਦੇਖਣ ਵਾਲੀ ਜੋਤ ਨਹੀਂ ਹੁੰਦੀ। ਅਤੇ ਜਿਹੜੇ ਬੋਲੇ ਆ ਉਹਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ ਹੁੰਦੀ, ਕੰਨ ਉਹਨਾਂ ਦੇ ਬਾਹਰੀ ਰੂਪ 'ਚ ਤੁਹਾਨੂੰ ਦਿਖਾਈ ਦੇਣਗੇ। ਇਸ ਕਰਕੇ ਕਹਿੰਦੇ ਆ ਕਿ ਜੇ ਪ੍ਰਸਾਦ ਸੁਣੇ ਕਰਨ ਨਾਰ, ਤੂੰ ਕੰਨਾਂ ਆਪਣਿਆਂ ਨਾਲ ਸੋਹਣੇ ਸੋਹਣੇ ਸੰਗੀਤ ਸੁਣਦਾ, ਆਵਾਜ਼ਾਂ ਸੁਣਦਾ ਵਾਂ, ਗੱਲਾਂ ਬਾਤਾਂ ਸੁਣਦਾ, ਵਿਚਾਰਾਂ ਸੁਣਦਾ ਵਾਂ, ਆਪਣੀਆਂ ਮਨ ਦੀ ਜੋ ਤੇਰੇ ਸ਼ੌਂਕ ਹੈ ਪੂਰੇ ਕਰਦਾ। ਔਰ ਜੇ ਪ੍ਰਸਾਦ ਪੇਖੇ ਬਿਸਮਾਰ, ਤੂੰ ਕੁਦਰਤ ਨੂੰ ਵੇਖਦਾ ਵਾਂ, ਦੁਨੀਆਦਾਰੀ ਵੇਖਦਾ ਅੱਖਾਂ ਦੇ ਨਾਲ। ਕਹਿੰਦੇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜੀ ਜੀਭ ਆ, ਰਸਨਾ ਤੋਂ ਭਾਵ ਜੀਭ, ਉਹਦੇ ਨਾਲ ਤੂੰ ਮਿੱਠੇ ਬਚਨ ਬੋਲਦਾ। ਪਰਮਾਤਮਾ ਜਿਹੜਾ ਵਾ ਉਹ ਸਾਨੂੰ ਹਮੇਸ਼ਾ ਮਿੱਠੇ ਬੋਲ ਬੋਲਣ ਲਈ ਕਹਿੰਦਾ। ਕਹਿੰਦੇ ਜੇ ਪ੍ਰਸਾਦ ਸੁਖ ਸਹਿਜੇ ਵਸਣਾ, ਪਰਮਾਤਮਾ ਦੀ ਕਿਰਪਾ ਨਾਲ ਤੂੰ ਸਹਿਜ ਅਵਸਥਾ ਵਿੱਚ ਰਹਿ ਕੇ ਆਨੰਦ ਮਾਣਦਾ ਜੀਵਨ ਆਪਣੇ ਦਾ। ਸਾਰੀ ਕਿਰਪਾ ਪਰਮਾਤਮਾ ਦੀ ਆ। ਕਿਉਂਕਿ ਵੇਖੋ ਜਿਹੜੇ ਗੂੰਗੇ ਹੁੰਦੇ ਉਹਨਾਂ ਦੀ ਜੀਭ ਵੀ ਹੁੰਦੀ ਹੈ ਲੇਕਿਨ ਉਹ ਬੋਲ ਨਹੀਂ ਸਕਦੇ। ਇਹ ਸਾਨੂੰ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ, ਉਹਦਾ ਸ਼ੁਕਰ ਕਰਨਾ ਚਾਹੀਦਾ ਹਰ ਵੇਲੇ ਕਿ ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ, ਰੋਸ਼ਨੀ ਦਿੱਤੀ ਆ, ਔਰ ਕੰਨ ਦਿੱਤੇ ਆ, ਸੁਣਨ ਸ਼ਕਤੀ ਦਿੱਤੀ ਆ, ਜੀਭ ਦਿੱਤੀ ਆ, ਬੋਲਣ ਸ਼ਕਤੀ ਦਿੱਤੀ ਆ। ਇਸ ਕਰਕੇ ਸਾਨੂੰ ਉਹਦਾ ਜਿਹੜਾ ਵਾ ਸ਼ੁਕਰੀਆ ਹਰ ਵੇਲੇ ਕਰਦੇ ਰਹਿਣਾ ਚਾਹੀਦਾ। ਪਰਮਾਤਮਾ ਨੂੰ ਕਦੀ ਵੀ ਨਹੀਂ ਭੁਲਾਉਣਾ ਚਾਹੀਦਾ
ਕਿਉਂਕਿ ਜਿਹੜਾ ਪ੍ਰਮਾਤਮਾ ਦਾ ਸ਼ੁਕਰੀਆ ਤਾਂ ਬੰਦਾ ਜਿਹੜਾ ਜਿੰਨਾ ਕਰੇ ਉਨਾ ਥੋੜ੍ਹਾ। ਮਨੁੱਖ ਜਿਹੜਾ ਉਹਦੇ ਗੁਣ ਹੀ ਨਹੀਂ ਬਿਆਨ ਕਰ ਸਕਦਾ, ਕਿਉਂਕਿ ਪ੍ਰਮਾਤਮਾ ਇੰਨਾ ਵੱਡਾ ਵਾ। ਅਤੇ ਜਿੰਨੇ ਜੋਗਾ ਹੈਗਾ ਉਹਨੂੰ ਕਰਨੇ ਚਾਹੀਦੇ ਆ, ਵਡਿਆਈ ਕਰਨੀ ਚਾਹੀਦੀ, ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਜੇ ਪ੍ਰਸਾਦ ਹਸਤ ਕਰ ਚੱਲੇ, ਪ੍ਰਮਾਤਮਾ ਦੀ ਕਿਰਪਾ ਹੋਵੇ ਫਿਰ ਹੀ ਸਾਡੇ ਹੱਥ ਚੱਲਦੇ ਆ। ਜੇ ਪ੍ਰਸਾਦ ਸੰਪੂਰਨ ਫਲੇ, ਫਲੇ ਤੋਂ ਭਾਵ ਹੁੰਦਾ ਕਿ ਅਸੀਂ ਪੂਰੀ ਤਰ੍ਹਾਂ ਜਿਹੜੇ ਸਾਰੇ ਕੰਮ ਕਰਨ ਦੇ ਸਮਰੱਥ ਹੋ ਜਾਂਦੇ ਹਾਂ, ਸਾਰੀ ਤਰ੍ਹਾਂ ਦੇ ਆਪਣਾ ਜੀਵਨ ਜਿਹੜਾ ਵਾ ਗੁਜ਼ਾਰਨ ਦੇ ਵਿੱਚ ਅਸੀਂ ਜਿਹੜਾ ਯੋਗਤਾ ਜਿਹੜੀ ਆ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹਾਸਲ ਕਰਦੇ ਹਾਂ। ਸਾਡੇ ਸਾਰੇ ਕੰਮ ਜਿਹੜੇ ਪ੍ਰਮਾਤਮਾ ਹੀ ਨੇਪਰੇ ਚਾੜਦਾ ਵਾ। ਸੋ ਹੱਥ ਜਿਹੜੇ ਹਸਤ ਤੋਂ ਭਾਵ ਹੱਥ ਹੈ ਤੇ ਜੇ ਪ੍ਰਸਾਦ ਪਰਮਗਤ ਪਾਵੇ, ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਅਪਰਮ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ। ਪਰਮ ਅਵਸਥਾ ਹੁੰਦੀ ਪਵਿੱਤਰ ਅਵਸਥਾ, ਜਿੱਥੇ ਕੋਈ ਛਲ ਫਰੇਬ ਨਹੀਂ ਔਰ ਜਿੱਥੇ ਸਕੂਨ ਆ, ਮਨ ਨੂੰ ਆਨੰਦ ਆ, ਜਿੱਥੇ ਪਰਮਾਤਮਾ ਦੀ ਬੰਦਗੀ ਕਰਦੇ ਅਸੀਂ। ਕਿਉਂਕਿ ਮਨ ਦੀਆਂ ਅਵਸਥਾਵਾਂ ਹੁੰਦੀਆਂ, ਜਿਹੜਾ ਮਨ ਟਿਕਾਊ 'ਚ ਆ ਜਾਂਦਾ ਨਾ, ਸਹਿਜ ਅਵਸਥਾ 'ਚ ਆ ਜਾਂਦਾ, ਜਿਹਦੇ ਮਨ ਵਿੱਚ ਠਹਿਰਾਓ ਆ ਜਾਂਦਾ, ਉਹਨੂੰ ਕਾਹਲੀ ਨਹੀਂ ਪੈਂਦੀ, ਫਿਰ ਕੋਈ ਬੇਚੈਨੀ ਨਹੀਂ ਸਤਾਉਂਦੀ, ਕੋਈ ਪਰੇਸ਼ਾਨੀ ਨਹੀਂ ਹੁੰਦੀ। ਕਾਰਨ ਇਹ ਆ ਕਿ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਖੁਸ਼ ਰਹਿੰਦਾ। ਉਹਨੂੰ ਕੋਈ ਟੈਨਸ਼ਨਾਂ ਨਹੀਂ ਇੰਨੀਆਂ ਬਹੁਤੀਆਂ ਪੈਂਦੀਆਂ, ਨਾ ਤੰਗ ਹੀ ਕਰਦੀਆਂ, ਪੈਂਦੀਆਂ ਹੋਣਗੀਆਂ ਪਰ ਤੰਗ ਨਹੀਂ ਕਰ ਸਕਦੀਆਂ। ਕਾਰਨ ਇਹ ਹੈ ਕਿ ਉਹ ਸਹਿਜ ਅਵਸਥਾ ਦੇ ਵਿੱਚ ਆ, ਉਹਨੂੰ ਕੋਈ ਕਾਹਲੀ ਨਹੀਂ। ਅੱਜ ਜਿਹੜਾ ਵਾ ਦਾ ਮਨੁੱਖ ਜਿਹੜਾ ਇੰਨਾ ਜ਼ਿਆਦਾ ਮਟੀਰੀਅਲਿਸਟਿਕ ਹੋ ਗਿਆ ਵਾ ਕਿ ਉਹਦਾ ਜੀਵਨ ਭੱਜ ਦੌੜ ਵਿੱਚ ਮਤਲਬ ਕਿ ਪਰਮਾਤਮਾ ਦਾ ਨਾਮ ਲੈਣਾ ਭੁੱਲ ਜਾਂਦਾ ਜਾਂ ਭੁੱਲ ਗਿਆ। ਇਸੇ ਕਰਕੇ ਉਹ ਡਿਪਰੈਸ਼ਨ ਦਾ, ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਕਿਉਂਕਿ ਕੰਪੀਟੀਸ਼ਨ ਦਾ ਜਿਹੜਾ ਜ਼ਮਾਨਾ ਵਾ, ਉਹ ਹਰ ਬੰਦਾ ਅੱਗੇ ਲੱਗਣਾ ਚਾਹੁੰਦਾ ਵਾ। ਪਰ ਜਿੱਥੇ ਜਿਹੜੇ ਸਾਧ ਪੁਰਸ਼ ਆ, ਜਿਹੜੇ ਪ੍ਰਮਾਤਮਾ ਨੂੰ ਮੰਨਦੇ ਆ, ਉਹ ਸਹਿਜ ਅਵਸਥਾ ਵਿੱਚ ਰਹਿ ਕੇ ਵੀ ਅੱਗੇ ਵੱਧ ਜਾਂਦੇ ਆ। ਇਸ ਕਰਕੇ ਜ਼ਰੂਰੀ ਨਹੀਂ ਹੈਗਾ ਕਿ ਆਪਣੇ ਮਨ ਦਾ ਜਿਹੜਾ ਚੈਨ ਗਵਾ ਲੈਣਾ, ਕਿਉਂਕਿ ਕਿਰਪਾ ਮਾਲਕ ਦੀ ਹੋਈ ਤਾਂ ਹੀ ਕੰਮ ਪੂਰੇ ਹੋਣੇ ਆ, ਅਦਰਵਾਈਜ਼ ਨਹੀਂ ਹੋਣੇ। ਸੋ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਜੇ ਪ੍ਰਸਾਦ ਪਰਮਗਤ ਪਾਵੇ ਤੋਂ ਜਿਹੜੀ ਪਵਿੱਤਰ ਜਿਹੜੀ ਅਵਸਥਾ ਵਿੱਚ ਜਿਹੜੀ ਆ ਪ੍ਰਮਾਤਮਾ ਨਾਲ ਤੇਰਾ ਮੇਲ ਹੋ ਸਕਦਾ। ਪ੍ਰਮਾਤਮਾ ਨਾਲ ਮੇਲ ਭਾਵ ਕੇ ਪ੍ਰਮਾਤਮਾ ਵਰਗੇ ਕੰਮ ਕਰਨੇ, ਚੰਗੇ ਗੁਣ ਕਰਨੇ, ਧਾਰਨ ਕਰਨੇ। ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਫਿਰ ਤੇਰੇ ਮਨ ਦੇ ਵਿੱਚ ਜਿਹੜੇ ਸਹਿਜ ਅਵਸਥਾ ਆ ਜਾਣੀ ਹੈ। ਔਰ ਜਦੋਂ ਸਹਿਜ ਅਵਸਥਾ ਆ ਗਈ, ਫਿਰ ਮਾੜੇ ਫੁਰਨੇ ਸਾਡੇ ਮਨ ਵਿੱਚ ਨਹੀਂ ਆਉਣੇ, ਮਾੜੀਆਂ ਵਿਚਾਰਾਂ ਨਹੀਂ ਆਉਣੀਆਂ, ਨਫ਼ਰਤ ਈਰਖਾ ਭੁੱਲ ਕੇ ਸਾੜਾ, ਫਿਰ ਜਿਹੜਾ ਇਹ ਸਾਰਾ ਭੁੱਲ ਜਾਂਦਾ ਬੰਦਾ। ਫਿਰ ਸਾਰਾ ਜਿਹੜਾ ਦੁਨੀਆ ਵਾ ਉਹਨੂੰ ਚੰਗੀ ਲੱਗਦੀ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਕਹਿੰਦੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਕਹਿੰਦੇ ਆ ਕਿ ਤੂੰ ਇਹੋ ਜਿਹੇ ਪ੍ਰਮਾਤਮਾ ਨੂੰ ਛੱਡ ਕੇ ਤੇ ਹੋਰ ਕਿੱਥੇ ਤੁਰਿਆ ਫਿਰਦਾ। ਕਤ ਤੋਂ ਭਾਵ ਹੁੰਦਾ ਕਿੱਥੇ, ਦੂਜੇ ਕਿੱਧਰਲੇ ਬੰਨੇ ਤੋਂ ਤੁਰਿਆ ਫਿਰਦਾ। ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਨਾਨਕ ਮਨ ਜਾਗੋ, ਕਿਹੇ ਨਾਨਕ ਮਨ, ਕਿਹੇ ਮਨੁੱਖ ਤੂੰ ਮਨ ਕਰਕੇ ਜਾਗ। ਅੱਖਾਂ ਕਰਕੇ ਤੇ ਸਾਰੇ ਜਾਗਦੇ ਫਿਰਦੇ ਆ, ਮਨ ਕਰਕੇ ਜਾਗਣਾ ਜਿਹੜਾ ਬੜਾ ਜ਼ਰੂਰੀ ਹੈ। ਕਿਉਂਕਿ ਜਦੋਂ ਸਾਡਾ ਮਨ ਜਾਗ ਗਿਆ, ਮਨ ਜਦੋਂ ਸਾਡੇ ਵਿੱਚ ਜਿਹੜਾ ਵਾ ਚੰਗੀ ਅਵਸਥਾ ਆ ਗਈ, ਕਹਿਣ ਤੋਂ ਭਾਵ ਕਿ ਅਸੀਂ ਮਨ ਕਰਕੇ ਜਿਹੜਾ ਵਾ ਗੁਰੂ ਨਾਲ ਜੁੜਨਾ ਵਾ। ਜਦੋਂ ਸਾਡੇ ਅੰਦਰੋਂ ਜਿਹੜਾ ਪ੍ਰੇਮ ਜਿਹੜਾ ਵਾ ਸੱਚਾ ਪ੍ਰੇਮ ਪੈ ਗਿਆ ਪਰਮਾਤਮਾ ਨਾਲ, ਫਿਰ ਸਾਨੂੰ ਜਿਹੜਾ ਜੀਵਨ ਦਾ ਆਨੰਦ ਲੈਣ ਦਾ ਜਿਹੜਾ ਮਜ਼ਾ ਆਉਣਾ ਵਾ। ਕਿਉਂਕਿ ਵੇਖੋ ਦੁਨਿਆਵੀ ਪਦਾਰਥ ਜਿਹੜੇ ਆ ਠੀਕ ਹੈ ਕਿ ਆਪਣੇ ਜਿਹੜੇ ਜੀਵਨ ਗੁਜ਼ਾਰੇ ਵਾਸਤੇ ਜਿਹੜੇ ਜੋੜਨੇ ਜਾਂ ਸੰਭਾਲਣੇ ਜ਼ਰੂਰੀ ਆ, ਕਿਉਂਕਿ ਘਰ ਪਰਿਵਾਰ ਤੋਂ ਬਿਨਾਂ ਜਿਹੜਾ ਜੀਵਨ ਆ ਉਹ ਨਹੀਂ ਚੱਲਦਾ। ਘਰ ਪਰਿਵਾਰ ਗੁਰੂ ਸਾਹਿਬਾਨ ਨੇ ਕਿਹਾ ਗ੍ਰਸਥ ਧਰਮ ਜਿਹੜਾ ਵਾ ਸਭ ਤੋਂ ਵੱਡਾ ਵਾ, ਕਿ ਜੀਵਨ ਗੁਜ਼ਾਰਾ ਜੇ ਕਰਨਾ ਵਾ ਤਾਂ ਘਰ ਦੇ ਵਿੱਚ ਰਹਿ ਕੇ ਵੀ ਤੁਸੀਂ ਪਰਮਾਤਮਾ ਦੇ ਨਾਲ ਮੇਲ ਕਰ ਸਕਦੇ ਜੇ। ਚੰਗੇ ਗੁਣ ਧਾਰਨ ਕਰੋ, ਸਾਰਿਆਂ ਦੇ ਕੰਮ ਆਓ, ਆਪਣੇ ਕੰਮ ਦੇ ਨਾਲ ਜਿਹੜਾ ਮਤਲਬ ਰੱਖੋ, ਕਿਸੇ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰੋ, ਕਿਸੇ ਨੂੰ ਦੁੱਖ ਨਾ ਦਿਓ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਤੂੰ ਸੰਸਾਰ ਦੇ ਵਿੱਚ ਤੇਰਾ ਨਾਮ ਜਿਹੜਾ ਵਾ ਬਣ ਜਾਂਦਾ,
ਤੂੰ ਪ੍ਰਗਟ ਹੋ ਜਾਣਾ, ਕਿ ਤੂੰ ਭਲੇ ਪੁਰਸ਼ਾਂ 'ਚ ਤੇਰਾ ਨਾਂ ਆ ਸਕਦਾ ਜਾਂ ਆ ਜਾਂਦਾ। ਇਸ ਜਗਤ ਵਿੱਚ ਚੰਗਿਆਂ ਵਿੱਚ ਨਾਂ ਬਣਾਉਣਾ ਚਾਹੀਦਾ ਬੰਦੇ ਨੂੰ। ਅਤੇ ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਮੂਲ ਤੋਂ ਭਾਵ ਹੁੰਦਾ ਬਿਲਕੁਲ ਵੀ, ਕਦਾਚਿਤ ਵੀ, ਕਦੀ ਵੀ ਨਹੀਂ, ਕਦੀ ਆਪਣੇ ਮਨੋਂ ਨਹੀਂ ਵਿਸਾਰਨਾ ਚਾਹੀਦਾ। ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੂਲ ਤੋਂ ਭਾਵ ਹੁੰਦਾ ਮੁੱਢ ਤੋਂ ਹੀ, ਕਦੀ ਵੀ ਨਹੀਂ ਇਹ ਸੋਚਣਾ ਕਿ ਮੈਂ ਪਰਮਾਤਮਾ ਨੂੰ ਵਿਸਾਰਾਂ। ਜੇ ਪ੍ਰਸਾਰ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਤੇਰਾ ਪ੍ਰਤਾਪ ਹੋਣਾ। ਪ੍ਰਤਾਪ ਤੋਂ ਭਾਵ ਤੇਰਾ ਜਸ ਹੋਣਾ ਵਾ, ਤੇਰੇ 'ਚ ਸ਼ਕਤੀ ਆਉਣੀ। ਵਾਹਿਗੁਰੂ ਨੇ ਤੇਰੇ 'ਚ ਕੰਮ ਕਰਨ ਦੀ ਹਿੰਮਤ ਬਖਸ਼ਣੀ, ਬਲ ਬਖਸ਼ਣਾ, ਬੁੱਧੀ ਬਖਸ਼ਣੀ ਆ, ਤੈਨੂੰ ਸਮਰੱਥ ਬਣਾਉਣਾ ਵਾ, ਕੰਮ ਕਰਨ ਦੇ ਯੋਗ ਬਣਾਉਣਾ। ਰੇ ਮਨ ਮੂੜ ਤੂੰ ਤਾਂ ਕੋ ਜਾਪ। ਕਹਿੰਦੇ ਹੇ ਮੂਰਖ ਬਣਾ, ਮੂੜ ਤੋਂ ਭਾਵ ਹੁੰਦਾ ਮੂਰਖ, ਤੂੰ ਪਰਮਾਤਮਾ ਨੂੰ ਜਪ। ਜੇ ਪ੍ਰਸਾਰ ਤੇਰੇ ਕਾਰਜ ਪੂਰੇ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਤੇਰੇ ਕਾਰਜ ਪੂਰੇ ਹੋਣੇ ਆ, ਅਦਰਵਾਈਜ਼ ਨਹੀਂ ਹੋਣੇ। ਤਿਸੇ ਜਾਣ ਮਨ ਸਦਾ ਹਜੂਰੇ, ਕਹਿੰਦੇ ਉਹਨੂੰ ਸਦਾ ਹੀ ਆਪਣੇ ਅੰਗ ਸੰਗ ਸਮਝ। ਮਨ ਨੂੰ ਕਹਿ ਰਹੇ ਆਪਣੇ ਨੂੰ। ਕਹਿੰਦੇ ਜੇ ਪ੍ਰਸਾਦ ਤੂੰ ਪਾਵੇ ਸਾਚ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਤੂੰ ਸੱਚ ਨੂੰ ਪ੍ਰਾਪਤ ਕਰ ਸਕਦਾ, ਉਸ ਪਰਮਾਤਮਾ ਨੂੰ ਜਿਹੜਾ ਪਾ ਸਕਦਾ। ਇਹ ਮਨ ਮੇਰੇ ਤੂੰ ਤਾਂ ਸਿਉ ਰਾਜ, ਰਾਜ ਤੋਂ ਭਾਵ ਹੁੰਦਾ ਮਿਲਣਾ, ਰਚਨਾ, ਕਿ ਇਹ ਮੇਰੇ ਮਨਾ ਤੂੰ ਪਰਮਾਤਮਾ ਦੇ ਨਾਲ ਪ੍ਰੀਤੀ ਆਪਣੀ ਪਾ ਕੇ ਰੱਖ, ਗੰਢ ਪਾ ਕੇ ਰੱਖ ਆਪਣੀ। ਕਹਿੰਦੇ ਜੇ ਪ੍ਰਸਾਰ ਸਭ ਕੀ ਗਤ ਹੋਏ, ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜਿਹੜੀ ਸਾਰਿਆਂ ਦੀ ਗਤੀ ਹੋਣੀ ਆ, ਸਾਰਿਆਂ ਦੇ ਕੰਮ ਵੀ ਸੰਪੂਰਨ ਹੋਣੇ ਆ, ਸਾਰਿਆਂ ਦੀ ਗਤੀ ਵੀ, ਜੀਵਨ ਮੁਕਤ ਵੀ ਹੋਣਾ ਵਾ। ਸਾਰੇ ਕੰਮ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਹੀ ਹੋਣੇ ਆ, ਕਿਉਂਕਿ ਪਰਮਾਤਮਾ ਨੇ ਸਾਨੂੰ ਸਮਰੱਥ ਕਰਨਾ ਵਾ ਕੰਮਕਾਰ ਕਰਨ ਦੇ ਵੀ। ਉਹਦੀ ਕਿਰਪਾ ਤੋਂ ਬਿਨਾਂ ਤੇ ਕਹਿੰਦੇ ਆ ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਕਹਿਣ ਤੋਂ ਭਾਵ ਉਹਦੇ ਹੁਕਮ 'ਚ ਰਹਿਣਾ ਪੈਂਦਾ। ਨਾਨਕ ਜਾਪ ਜਪੇ ਜਪ ਸੋਏ। ਇਸ ਕਰਕੇ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਿਹੜਾ ਵਾ ਉਹ ਜਪਦੇ ਰਹਿਣਾ ਚਾਹੀਦਾ। ਕਹਿੰਦੇ ਆਪ ਜਪਾਏ ਜਪੇ ਸੋ ਨਾਉ, ਕਹਿੰਦੇ ਪਰਮਾਤਮਾ ਆਪੇ ਜਪਾਵੇ, ਕਿਰਪਾ ਕਰੇ ਮਾਲਕ। ਉਹਦੇ ਗਾੜੀ ਬੰਦਗੀ ਕਰੋ, ਉਹਦੇ ਗਾੜੀ ਹੱਥ ਜੋੜ ਕੇ ਅਰਦਾਸ ਕਰਿਆ ਕਰੋ, ਬੇਨਤੀ ਕਰਿਆ ਕਰੋ ਕਿ ਹੇ ਪਰਮਾਤਮਾ ਤੂੰ ਮੇਰੇ 'ਤੇ ਕਿਰਪਾ ਕਰ, ਮੇਰੇ 'ਤੇ ਬਖਸ਼ਿਸ਼ ਕਰ, ਕਿ ਮੈਂ ਤੇਰਾ ਨਾਮ ਜਿਹੜਾ ਵਾ ਉਹ ਜਪਦਾ ਰਵਾਂ। ਕਿਉਂਕਿ ਜੇ ਪਰਮਾਤਮਾ ਦੀ ਕਿਰਪਾ ਹੋਊਗੀ ਤਾਂ ਫਿਰ ਹੀ ਬੰਦਾ ਨਾਮ ਜਪਦਾ, ਨਹੀਂ ਤਾਂ ਬੰਦਾ ਜਿਹੜਾ ਹੋਰ ਪੁੱਠਿਆਂ ਪਾਸੇ ਤੁਰਿਆ ਫਿਰਦਾ ਵਾ, ਭਟਕਣਾ 'ਚ ਪੈ ਜਾਂਦਾ, ਇੱਧਰ ਉੱਧਰ ਤੁਰਿਆ ਫਿਰਦਾ, ਸੁੱਖ ਲੱਭਦਾ ਲੱਭਦਾ ਵਾ ਹੋਰ ਦੁਖੀ ਹੋ ਜਾਂਦਾ। ਜਦੋਂ ਕਿ ਸੁੱਖ ਪਤਾ ਕਿੱਥੇ ਮਿਲਣਾ? ਪਰਮਾਤਮਾ ਦੇ ਨਾਮ ਵਿੱਚ। ਇਹ ਤੋਂ ਬਿਨਾਂ ਹੋਰ ਕਿਤੇ ਸੁੱਖ ਨਹੀਂ ਮਿਲਣਾ। ਬਾਕੀ ਭਟਕਣਾ ਹੀ ਭਟਕਣਾ, ਜਿੱਥੇ ਮਰਜ਼ੀ ਚਲੇ ਜਾਓ। ਇਹੋ ਗੁਰਬਾਣੀ ਦਾ ਜਿਹੜਾ ਉਪਦੇਸ਼ ਆ। ਆਪ ਗਵਾਏ ਸੋ ਹਰ ਗੁਣ ਗਾਓ, ਕਹਿੰਦੇ ਪਰਮਾਤਮਾ ਆਪੇ ਕਿਰਪਾ ਕਰੇ ਤੇ ਫਿਰ ਹੀ ਬੰਦਾ ਜਿਹੜਾ ਉਹਦੇ ਗੁਣ ਗਾਉਂਦਾ, ਵਾਹਿਗੁਰੂ ਦੀ ਉਸਤਤੀ ਕਰਦਾ, ਉਹਦੀ ਵਡਿਆਈ ਕਰਦਾ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭੂ ਦੀ ਕਿਰਪਾ ਦੇ ਨਾਲ ਫਿਰ ਮਨ ਦਾ ਹਨੇਰਾ ਦੂਰ ਹੋ ਜਾਂਦਾ, ਗਿਆਨ ਆ ਜਾਂਦਾ। ਜਿੱਥੇ ਗਿਆਨ ਆ ਜਾਂਦਾ ਉੱਥੇ ਫਿਰ ਜਿਹੜਾ ਅਗਿਆਨਤਾ ਜਿਹੜੀ ਉਹ ਦੂਰ ਹੋ ਜਾਂਦੀ ਆ। ਫਿਰ ਸਾਨੂੰ ਸਮਝ ਪੈ ਜਾਂਦੀ ਆ, ਚਾਨਣ ਹੋ ਜਾਂਦਾ ਸਾਡੀ। ਜਿਵੇਂ ਅਸੀਂ ਅੱਖਾਂ ਨਾਲ ਆਪਣਾ ਰਾਹ ਵੇਖ ਸਕਦੇ ਹਾਂ ਨਾ ਅੱਗੇ, ਕਿ ਕੀ ਟੋਆ ਵਾ ਜਾਂ ਨਹੀਂ ਹੈਗਾ, ਜਾਂ ਕੋਈ ਵੀ ਚੀਜ਼ ਜਿਹੜੀ ਆ ਜਦੋਂ ਅਸੀਂ ਤੁਰਦੇ ਹਾਂ ਤਾਂ ਆਪਣਾ ਅੱਖਾਂ ਨਾਲ ਜਿਹੜੀਆਂ ਖੋਲ੍ਹ ਕੇ ਵੇਖਦੇ ਹਾਂ ਕਿ ਅਸੀਂ ਮਤਲਬ ਜੋ ਜਾ ਰਹੇ ਹਾਂ ਰਸਤੇ ਦੇ ਵਿੱਚ ਆਪਣਾ ਧਿਆਨ ਜਿਹੜਾ ਵਾ ਰੱਖਦੇ ਹਾਂ। ਇਸੇ ਤਰ੍ਹਾਂ ਹੀ ਪਰਮਾਤਮਾ ਜਿਹੜਾ ਵਾ ਜਦੋਂ ਅਸੀਂ ਉਹਦੇ ਨਾਲ ਸਾਡੀ ਲਿਵ ਲੱਗ ਜਾਂਦੀ ਹੈ, ਫਿਰ ਅਸੀਂ ਹੋਰ ਪਾਸੇ ਧਿਆਨ ਨਹੀਂ ਦਿੰਦੇ, ਇੱਧਰ ਉੱਧਰ ਫੁਟਕਲ ਕੰਮਾਂ ਵੱਲ ਧਿਆਨ ਨਹੀਂ ਦਿੰਦੇ। ਸਿਰਫ ਅਸੀਂ ਪਰਮਾਤਮਾ ਵੱਲ ਧਿਆਨ ਰੱਖਦੇ ਹਾਂ ਅਤੇ ਉਹਦਾ ਨਾਮ ਜਪਦੇ, ਉਹਨੂੰ ਹਾਜ਼ਰ ਨਾਜ਼ਰ ਸਮਝਦੇ ਅਸੀਂ। ਪ੍ਰਭੂ ਦਇਆ ਤੇ ਕਮਲ ਵਿਗਾਸ। ਕਮਲ ਹੁੰਦਾ ਹਿਰਦਾ, ਵਿਗਾਸ ਹੁੰਦਾ ਖੜਾਊ ਆਉਂਦਾ। ਜਦੋਂ ਪਰਮਾਤਮਾ ਦੇ ਨਾਮ ਸਾਡੇ ਦੇ ਮਨ 'ਚ ਵਸ ਗਿਆ, ਜਦੋਂ ਪ੍ਰਭੂ ਦੀ ਦਇਆ ਹੋ ਗਈ ਸਾਡੇ 'ਤੇ, ਫਿਰ ਸਾਡਾ ਹਿਰਦਾ ਜਿਹੜਾ ਖੁਸ਼ ਹੋ ਜਾਣਾ, ਫਿਰ ਸਾਡੇ ਮਨ ਵਿੱਚ ਖੁਸ਼ੀ ਆ ਜਾਣੀ, ਖੇੜਾ ਆ ਜਾਣਾ, ਪ੍ਰਸੰਨਤਾ ਆ ਜਾਣੀ ਹੈ। ਕਹਿੰਦੇ ਨੇ ਕਿ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ। ਕਹਿੰਦੇ ਉਹ ਹੀ ਖੁਸ਼ ਹੋ ਸਕਦਾ ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਦਾ। ਕਹਿੰਦੇ ਨੇ
ਕਿ ਪ੍ਰਭ ਦਇਆ ਤੇ ਮਤ ਉਤਮ ਹੋਏ। ਪ੍ਰਭੂ ਦੀ ਦਇਆ ਹੋ ਜੇ, ਫਿਰ ਜਿਹੜੀ ਸਾਡੀ ਮੱਤ ਆ ਦੁਰਮਤ, ਜਿਹੜੀ ਉਹਦੀ ਜਗ੍ਹਾ ਸਮੱਤ ਆ ਜਾਣੀ, ਸਾਨੂੰ ਦੁਰਮਤ ਖਤਮ ਹੋ ਜਾਣੀ ਅਤੇ ਮੱਤ ਜਿਹੜੀ ਸਾਡੀ ਉੱਚੀ ਹੋ ਜਾਣੀ ਹੈ। ਕਿ ਮੱਤ ਜਦੋਂ ਉੱਚੀ ਹੋ ਗਈ, ਮੱਤ ਉੱਚੀ ਤੋਂ ਭਾਵ ਹੁੰਦਾ ਵਾ ਕਿ ਸਾਡਾ ਨੇਕ ਆਚਰਨ ਹੋ ਜਾਣਾ, ਅਸੀਂ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈਣੀ ਆ। ਫਿਰ ਸਾਨੂੰ ਇਹ ਸਮਝ ਲੱਗ ਜਾਣੀ ਚੰਗਾ ਕੀ ਆ ਅਤੇ ਮਾੜਾ ਕੀ ਆ। ਫਿਰ ਹਰ ਇੱਕ ਮਨੁੱਖ ਜਿਹੜਾ ਵਾ ਉਹ ਚੰਗਾ ਹੀ ਚਾਹੁੰਦਾ, ਇਸ ਕਰਕੇ ਉਹ ਚੰਗੇ ਰਸਤੇ 'ਤੇ ਚੱਲਦਾ, ਚੰਗੀ ਸੰਗਤ ਕਰਦਾ, ਉਹ ਸਾਰ ਸੰਗਤ ਕਰਦਾ, ਸਤ ਸੰਗਤ ਵਿੱਚ ਜਾਂਦਾ, ਫਿਰ ਚੰਗੀਆਂ ਵਿਚਾਰਾਂ ਸੁਣਦਾ, ਫਿਰ ਉਹ ਚੰਗਾ ਜੀਵਨ ਜਿਹੜਾ ਜੀਣ ਦਾ ਧਾਰ ਮਤਲਬ ਬਣ ਜਾਂਦਾ ਉਹਦਾ, ਫਿਰ ਉਹਦਾ ਉੱਤਮ ਜੀਵਨ ਹੋ ਜਾਂਦਾ ਵਧੀਆ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਕਹਿੰਦੇ ਹੇ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਫਿਰ ਸਾਰੀ ਤਰ੍ਹਾਂ ਦੇ ਧਨ ਜਿਹੜੇ ਮਿਲ ਜਾਂਦੇ ਆ। ਧਨ ਤੋਂ ਭਾਵ ਇੱਥੇ ਬੰਦਾ ਧੰਨ ਧੰਨ ਹੋ ਜਾਂਦਾ, ਜਦੋਂ ਉਹਦਾ ਨਾਮ ਦਾ ਖਜ਼ਾਨਾ ਜਦੋਂ ਮਿਲ ਜਾਂਦਾ ਨਾ, ਫਿਰ ਉਹਦਾ ਮਨ ਜਿਹੜਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ, ਫਿਰ ਉਹਦਾ ਜਿਹੜਾ ਤਨ ਆ ਮਨ ਆ ਉਹ ਨਿਹਾਲ ਹੋ ਜਾਂਦਾ, ਖੁਸ਼ ਹੋ ਜਾਂਦਾ। ਸਰਬ ਨਿਧਾਨ ਸਾਰੀ ਤਰ੍ਹਾਂ ਦੇ ਧਨ ਜਿਹੜੇ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲ ਜਾਂਦੇ ਆ। ਆਪਣੇ ਜਿਹੜੇ ਬੰਦਾ ਜਦੋਂ ਕੋਈ ਵੀ ਸੋਚਦਾ ਜਿਹੜੀ ਚੀਜ਼, ਪਰਮਾਤਮਾ ਯਤਨ ਕਰੇ, ਪਰਮਾਤਮਾ ਕਿਰਪਾ ਕਰ ਦਿੰਦਾ। ਫਿਰ ਆਪੂ ਕਛੂ ਨਾ ਕਿਨਹੂ ਲਿਆ, ਜੇ ਬੰਦਾ ਸੋਚੇ ਕਿ ਮੈਂ ਆਪਣੇ ਆਪ ਤੋਂ ਆਪਣੇ ਯਤਨ ਨਾਲ ਕੁਛ ਲੈ ਲਾਂ, ਅਤੇ ਕਹਿੰਦੇ ਕੋਈ ਵੀ ਨਹੀਂ ਇਹ ਪ੍ਰਾਪਤ ਕਰ ਸਕਦਾ। ਕਹਿਣ ਤੋਂ ਭਾਵ ਇਹ ਆ ਕਿ ਪਰਮਾਤਮਾ ਦੀ ਕਿਰਪਾ ਹੋਵੇ ਅਤੇ ਫਿਰ ਹੀ ਜਿਹੜਾ ਉਹਦੀ ਮਿਹਰ ਦੇ ਨਾਲ ਹੀ ਜਿਹੜਾ ਵਾ ਸਾਹੀਂ ਉਹਦੇ ਸਮਰੱਥ ਬਣਦੇ ਆ, ਔਰ ਉਹ ਸਾਡੇ 'ਤੇ ਬਖਸ਼ਿਸ਼ ਕਰ ਦਿੰਦਾ ਹੈ। ਕਈ ਵਾਰੀ ਆਸਾ ਦੀ ਵਾਰ ਦੇ ਵਿੱਚ ਵੀ ਆਉਂਦਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਕਿ ਹਰ ਬੰਦਾ ਛਾਲਾਂ ਮਾਰਦਾ ਵਾ ਮਤਲਬ ਪ੍ਰਾਪਤ ਕਰਨ ਵਾਸਤੇ ਕੁਝ ਨਾ ਕੁਝ, ਪਰ ਜੋ ਪਰਮੇਸ਼ਰ ਚਾਹੁੰਦਾ ਉਹ ਹੀ ਹੁੰਦਾ। ਇਸ ਕਰਕੇ ਉਸ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਵਾ, ਔਰ ਉਹਦੀ ਕਿਰਪਾ ਦੇ ਨਾਲ ਹੀ ਸਾਡੀ ਜਿਹੜੇ ਕੰਮ ਸੰਪੂਰਨ ਹੋਣੇ ਆ। ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਕਹਿੰਦੇ ਜਿੱਥੇ ਪਰਮਾਤਮਾ ਤੋਂ ਲਾਉਣਾ ਵਾ, ਜਿੱਥੇ ਜਿੱਥੇ ਉੱਥੇ ਜਿਹੜੇ ਆ ਸਾਰੇ ਜਾਣੇ ਲੱਗਦੇ ਆ। ਨਾਨਕ ਇਨਕੇ ਕਛੂ ਨਾ ਹਾਥ, ਕਹਿੰਦੇ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈਗਾ। ਮਨੁੱਖ ਤਾਂ ਇੱਕ ਸਾਹ ਵਾਲਾ ਪ੍ਰਾਣੀ, ਇਹਦਾ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਇਹਨੇ ਕੀ ਆਂਦੇ, ਹਮ ਆਦਮੀ ਹੈ ਇੱਕਦਮੀ, ਮੌਲਤ ਮੋਲ ਨਾ ਜਾਣਾ, ਮੌਲਤ ਮੌਤ ਨਾ ਜਾਣਾ। ਕਹਿਣ ਤੋਂ ਭਾਵ ਆ ਕਿ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈਗਾ। ਮਨੁੱਖ ਯਤਨ ਕਰ ਸਕਦਾ ਵਾ, ਪਰ ਜਿਹੜੀ ਆ ਕਿਰਪਾ ਜਿਹੜੀ ਉਹ ਮਾਲਕ ਨੇ ਕਰਨੀ ਹੈ। ਸੋ 6ਵੀਂ ਅਸ਼ਟਪਦੀ ਜਿਹੜੀ ਆ ਇਹਦੇ ਵਿੱਚ ਇਹ ਵਿਚਾਰ ਦਿੱਤਾ ਪਰਮਾਤਮਾ ਦਾ, ਜਿਹੜਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋਣਾ, ਉਸ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ। ਇਸ ਕਰਕੇ ਜਿਹੜਾ ਪਰਮਾਤਮਾ ਜਿਹੜਾ ਉਹਦਾ ਨਾਮ ਸਿਮਰਨਾ ਚਾਹੀਦਾ, ਹਰ ਵੇਲੇ ਸਿਮਰਨਾ ਚਾਹੀਦਾ। ਕਹਿਣ ਤੋਂ ਭਾਵ ਇਹ ਆ ਕਿ ਆਪਣੇ ਹੱਥ ਕਾਰ ਵੱਲ ਹੋਣੇ ਚਾਹੀਦੇ ਆ ਅਤੇ ਚਿੱਤ ਕਰਤਾਰ ਵੱਲ ਹੋਣਾ ਚਾਹੀਦਾ। ਉਹਦਾ ਨਾਮ ਜਿਹੜਾ ਸਿਮਰੋ, ਜੋ ਮਿਲਦਾ ਉਹਦੇ ਵਿੱਚ ਖੁਸ਼ ਰਹੋ। ਅਤੇ ਇੰਨੀਆਂ ਕੁ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਜਿਹੜੀ ਇਹ ਸਾਧ ਸੰਗਤ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਾਫੀ ਦੇਣੀ, ਕਿਮਾ ਕਰਨੀ। ਕਿਉਂਕਿ ਜਦੋਂ ਵਿਚਾਰਾਂ ਕਰਦੇ ਹਾਂ ਅਤੇ ਕਈ ਵਾਰੀ ਜਿਹੜੇ ਆ ਸ਼ਬਦ ਅਰਥ ਕਰਨ ਲੱਗਿਆਂ ਕੁਝ ਤਰੁੱਟੀਆਂ ਰਹਿ ਜਾਂਦੀਆਂ, ਗਲਤੀਆਂ ਰਹਿ ਜਾਂਦੀਆਂ, ਪਰ ਸਾਧ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਯੋਗ ਨੇ, ਔਰ ਬੇਨਤੀ ਕਰਦੇ ਹਾਂ ਕਿ ਜ਼ਰੂਰ ਬਖਸ਼ ਦੇਣਾ, ਔਰ ਅਰਦਾਸ ਨੂੰ ਜਿਹੜਾ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ। ਔਰ ਜਿਹੜੇ ਸਾਰੇ ਜਾਣੇ ਮੇਰੇ ਜਿਹੜੇ ਸਤਸੰਗੀ ਭੈਣ ਭਰਾ ਵਾ, ਜਿਹੜੇ ਸੁਣ ਰਹੇ ਕਥਾ ਵਿਚਾਰ, ਉਹ ਜ਼ਰੂਰ ਪਰਮਾਤਮਾ ਦਾ ਜਿਹੜਾ ਸ਼ੁਕਰੀਆ ਕਰਿਆ ਕਰੋ। ਜਿਹੜੇ ਕਰਦੇ ਆ ਉਹਨਾਂ ਨੂੰ ਮੁਬਾਰਕਾਂ, ਜਿਹੜੇ ਨਹੀਂ ਕਰਦੇ ਉਹ ਜ਼ਰੂਰ ਕਰਿਆ ਕਰੋ, ਕਿਉਂਕਿ ਪਰਮਾਤਮਾ ਜਿਹੜਾ ਵਾ ਉਹ ਹੀ ਸਾਡਾ ਸਭ ਕੁਛ ਆ। ਸੋ ਇੱਕ ਪਰਮਾਤਮਾ ਦੇ ਜਿਹੜੇ ਗੁਣ ਗਾਉਣੇ ਚਾਹੀਦੇ ਆ। ਇੱਧਰ ਉੱਧਰ ਨਾ ਭਟਕਿਆ ਕਰੋ, ਆਪਣੇ ਜੀਵਨ ਨੂੰ ਵਿਅਰਥ ਨਾ ਜਿਹੜਾ ਮਤਲਬ ਕਹਿਣ ਤੋਂ ਭਾਵ ਕਿ ਗੁਰੂ ਸਾਹਿਬਾਨ ਨੇ ਜਦੋਂ ਸਾਨੂੰ ਇੰਨਾ ਮੌਲਿਕ ਖਜ਼ਾਨਾ ਦਿੱਤਾ, ਗੁਰਬਾਣੀ ਜਿਹਦਾ ਕੋਈ ਮੁੱਲ ਹੀ ਨਹੀਂ, ਇਹ ਸਾਡੇ ਵਾਸਤੇ ਲਿਖਿਆ, ਲੁਕਾਈ ਵਾਸਤੇ ਲਿਖਿਆ ਉਹਨਾਂ ਨੂੰ ਬਾਣੀ ਚਾਰਨ ਦੀ ਲੋੜ ਹੀ ਉਹਨਾਂ ਨੇ ਇਸੇ ਕਰਕੇ ਸਾਡੀ ਜ਼ਰੂਰਤ ਸਮਝੀ ਕਿ ਜਿਹੜਾ ਮਨੁੱਖਤਾ ਦਾ ਕਲਿਆਣ ਹੋ ਸਕੇ, ਭਲਾ ਹੋ ਸਕੇ।
ਜਿੱਥੇ ਉਹਨਾਂ ਨੇ ਊਚ ਨੀਚ ਖਤਮ ਕੀਤੀ, ਜਾਤੀ ਭੇਦਭਾਵ ਖਤਮ ਕੀਤੇ, ਲੰਗਰ ਸੰਗਤ ਦੀ ਜਿਹੜੀ ਪੰਗਤ ਦੀ ਜਿਹੜੀ ਆ ਪ੍ਰਥਾ ਚਲਾਈ, ਕਹਿਣ ਤੋਂ ਭਾਵ ਕਿ ਉਹਨਾਂ ਸਮਾਜ ਵਿੱਚ ਅਨੇਕਾਂ ਪ੍ਰਕਾਰ ਦੇ ਕਾਰਜ ਕੀਤੇ ਆ। ਉੱਥੇ ਨਾਲ ਨਾਲ ਉਹਨਾਂ ਗੁਰਬਾਣੀ ਵੀ ਸਾਡੇ ਵਾਸਤੇ ਜਿਹੜੀ ਲਿਖੀ ਆ। ਅਤੇ ਇਸ ਕਰਕੇ ਆਤਮਾ ਅਤੇ ਪਰਮਾਤਮਾ ਦੇ ਮੇਲ ਦੇ ਸੰਬੰਧੀ ਕਿ ਅਸੀਂ ਚੰਗੀ ਜਿਹੜੇ ਪਰਮਾਤਮਾ ਦੇ ਨਾਮ ਜਿਹੜਾ ਜਪ ਕੇ ਚੰਗੇ ਕੰਮ ਕਰਕੇ ਜਿਹੜਾ ਸਾਡਾ ਆਚਰਣ ਜਦੋਂ ਵਧੀਆ ਬਣ ਗਿਆ, ਜਦੋਂ ਅਸੀਂ ਚੰਗੇ ਮਨੁੱਖ ਬਣ ਗਏ ਤਾਂ ਸਾਰੇ ਸਾਡਾ ਸਤਿਕਾਰ ਕਰਨਗੇ। ਇਸ ਕਰਕੇ ਜਿਹੜਾ ਚੰਗੇ ਕੰਮ ਕਰਦਾ ਵਾ ਉਹਨੂੰ ਸਾਰੇ ਜਿਹੜੇ ਸਲਾਹੁੰਦੇ ਆ। ਸੋ ਆਪਾਂ ਬਹੁਤਾ ਹੁਣ ਸਮਾਂ ਨਾ ਲਈਏ ਅਤੇ ਫਤਿਹ ਜਿਹੜੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।